ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ, ਧੰਨਤਾ ਦੇ ਯੋਗ ਹਾਂ ਜਿਨ੍ਹਾਂ ਨੂੰ ਸਾਹਿਬ ਸਤਿਗੁਰੂ ਸੰਸਾਰ ਤੇ ਸਦਾ ਕਾਇਮ ਰਹਿਣ ਵਾਲੀ ਹਸਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਗੁਰਮੁਖ ਪਿਆਰਿਓ, ਗੁਰਮਤਿ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ ਜੀ। ਫਤਿਹ ਦਾ ਜਵਾਬ ਫਤਿਹ ਵਿੱਚ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਹਫ਼ਤੇ ਦੇ ਸੰਬੰਧ ਦੇ ਅੰਦਰ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰ ਰਿਹਾ ਹਾਂ। ਕੱਲ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਸੱਚੇ ਪਾਤਸ਼ਾਹ ਜੀ ਕਿਸ ਤਰੀਕੇ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਨੇ ਅਤੇ ਅਗਲੀ ਸਵੇਰ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਗੜੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਗੁਰੂ ਦੇ ਸਿੰਘ ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ। ਭਾਗਾਂ ਵਾਲਿਓ, ਅੱਜ ਦਾਸ ਨੇ ਆਪ ਜੀ ਦੇ ਨਾਲ ਸਾਕਾ ਸਰਹੰਦ ਦੇ ਉੱਤੇ ਵਿਚਾਰ ਸਾਂਝੇ ਕਰਨੇ ਹਨ। ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਨਿਕਲੇ ਨੇ ਤੇ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਨੇ, ਇਤਿਹਾਸਕਾਰ ਲਿਖਦੇ ਨੇ ਸਰਸਾ ਨਦੀ ਦੇ ਕੰਢੇ ਤੇ ਬੜਾ ਭਿਆਨਕ ਦਾ ਯੁੱਧ ਹੋਇਆ। ਇੱਥੇ ਬਾਬਾ ਜੀਵਨ ਸਿੰਘ ਜੀ ਨੇ 100 ਸਿੰਘਾਂ ਦੇ ਸਮੇਤ ਸ਼ਹਾਦਤ ਦਾ ਜਾਮ ਪੀਤਾ। ਤਾਂ ਸਰਸਾ ਦੇ ਪਰਲੇ ਪਾਸੇ ਬਾਬਾ ਬਚਿੱਤਰ ਸਿੰਘ ਜੀ ਨੇ ਵੈਰੀਆਂ ਦੇ ਆਹੂ ਲਾਉਂਦਿਆਂ ਹੋਇਆਂ 100 ਸਿੰਘਾਂ ਦੇ ਸਮੇਤ ਗੰਭੀਰ ਜ਼ਖਮੀ ਹੋਏ ਤੇ ਬਾਅਦ ਵਿੱਚ ਕੋਟਲਾ ਨਿਹੰਗ ਖਾਨ ਵਿਖੇ ਸ਼ਹੀਦ ਹੋ ਗਏ। ਇਸੇ ਹੀ ਸਰਸਾ ਨਦੀ ਦੇ
ਜਦ ਵੈਰੀਆਂ ਦੇ ਨਾਲ ਯੁੱਧ ਹੁੰਦਾ ਪਿਆ ਸੀ, ਜਿੱਥੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸੁਸ਼ੋਭਿਤ ਹੈ, ਇੱਥੇ 3 ਹਿੱਸਿਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਜਿਹੜਾ ਹੈ ਉਹ ਵਿਛੜ ਗਿਆ। ਪਹਿਲਾ ਹਿੱਸਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ, ਦੂਸਰਾ ਹਿੱਸਾ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਉਹਨਾਂ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ। ਤੇ ਤੀਸਰਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ 40 ਸਿੰਘ ਜਿਹੜੇ ਨੇ ਉਹ ਚਮਕੌਰ ਦੀ ਗੜੀ ਵੱਲ ਨੂੰ ਉਹਨਾਂ ਨੇ ਚਾਲੇ ਪਾ ਦਿੱਤੇ। ਜਿਸ ਵੇਲੇ ਮਾਤਾ ਜੀ ਅਤੇ ਸਾਹਿਬਜ਼ਾਦੇ ਸਰਸਾ ਨਦੀ ਦੇ ਕੰਢੇ ਤੇ ਬਾਕੀ ਪਰਿਵਾਰ ਦੇ ਨਾਲ ਵਿਛੜ ਗਏ ਨੇ, ਬੇਸ਼ੱਕ ਅੱਜ ਦੇ ਨਵੇਂ ਵਿਦਵਾਨ, ਨਵੇਂ ਲਿਖਾਰੀ ਇਹ ਵੀ ਗੱਲ ਮੰਨਦੇ ਨੇ ਕਿ ਮਾਤਾ ਜੀ ਦੇ ਨਾਲ ਸਾਹਿਬਜ਼ਾਦਿਆਂ ਤੋਂ ਸਿਵਾ ਭਾਈ ਦੂਨਾ ਸਿੰਘ ਜੀ ਵੀ ਸਨ, ਬੀਬੀ ਸੁਪੱਖੀ ਜੀ ਵੀ ਸਨ। ਇਹ ਵੀ ਵਿਚਾਰ ਜਿਹੜੀ ਹੈ ਨਵੇਂ ਵਿਦਵਾਨ ਮੰਨਦੇ ਨੇ। ਖੈਰ, ਮਾਤਾ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ ਪਹਿਲੀ ਰਾਤ ਜਿਹੜੀ ਹੈ ਸਰਸਾ ਨਦੀ ਦੇ ਕੰਢੇ ਤੇ ਕੁੰਮੇ ਮਾਸ਼ਕੀ ਦੇ ਘਰ ਗੁਜ਼ਾਰੀ ਹੈ। ਉੱਥੇ ਇੱਕ ਲక్ష్ਮੀ ਨਾਂ ਦੀ ਬ੍ਰਾਹਮਣੀ, ਜਿਨੇ ਕਿ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਰੋਟੀ ਪਾਣੀ ਪਹੁੰਚਾਉਂਦੀ ਰਹੀ। ਮਾਤਾ ਜੀ ਨੇ ਉਸ ਲక్ష్ਮੀ ਨਾਂ ਦੀ ਬ੍ਰਾਹਮਣੀ ਨੂੰ ਇੱਕ ਆਰਸੀ, ਜਿਸ ਦਾ ਕਿ ਮੁੱਲ 2 ਮੋਹਰਾਂ ਸਨ, ਅਤੇ 5 ਚੂੜੀਆਂ ਦਿੱਤੀਆਂ ਨੇ, ਤੇ ਕੁੰਮੇ ਮਾਸ਼ਕੀ ਨੂੰ 5 ਰੁਪਏ ਉਹਨਾਂ ਸਮਿਆਂ ਦੇ ਦਿੱਤੇ ਨੇ। ਅਗਲੀ ਸਵੇਰ ਮਸੰਦ ਧੁੰਮਾ ਤੇ ਦਰਬਾਰੀ, ਪਰ ਜ਼ਿਆਦਾ ਪ੍ਰਚਲਿਤ ਗੰਗੂ ਬ੍ਰਾਹਮਣ ਕਰਕੇ ਹੈ, ਉਹ ਉੱਥੇ ਆਇਆ ਤੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਚੌਂਤੇ ਵੱਲ ਲੈ ਗਿਆ। ਜਿਸ ਵੇਲੇ ਮਾਤਾ ਜੀ ਨੂੰ ਪਿੰਡ ਚੌਂਤੇ ਵਿਖੇ ਲੈ ਜਾਂਦਿਆਂ ਗੰਗੂ ਨੇ ਇੱਕ ਘੋੜੇ ਦੇ ਉੱਤੇ ਮਾਤਾ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਵਾਰ ਨੇ, ਦੂਸਰੇ ਘੋੜੇ ਦੇ ਉੱਤੇ ਸਾਹਿਬਜ਼ਾਦਾ ਜੁਝਾਰ ਸਿੰਘ, ਗੁਸਤਾਖੀ ਮਾਫ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਖੁਰਜੀ ਹੈ, ਮੋਹਰਾਂ ਦੀ ਖੁਰਜੀ। ਇਹ ਵੇਖ ਕੇ ਗੰਗੂ ਦਾ ਮਨ ਜਿਹੜਾ ਹੈ ਬੇਈਮਾਨ ਹੋ ਗਿਆ। ਹੁਣ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਇਹ ਜਿਹੜੀ ਖੁਰਜੀ ਹੈ ਮੋਹਰਾਂ ਨਾਲ ਭਰੀ ਹੋਈ, ਇਹ ਮੈਂ ਕਿਸ ਤਰ੍ਹਾਂ ਹਾਸਿਲ ਕਰਾਂ। ਮਨ ਦੇ ਵਿੱਚ ਹੁਣ ਲਾਲਚ ਆ ਗਿਆ। ਮਾਤਾ ਜੀ ਨੇ ਗੰਗੂ ਨੂੰ ਆਖਿਆ, ਕਹਿਣ ਲੱਗੇ, ਗੰਗੂ, ਤੂੰ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ, ਵੱਡੇ ਸਾਹਿਬਜ਼ਾਦਿਆਂ ਦੇ ਕੋਲ ਚਮਕੌਰ ਵਿਖੇ ਪਹੁੰਚਾ ਦੇ। ਤੇ ਗੰਗੂ ਦਾ, ਜਿਹਦਾ ਮਨ ਹੁਣ ਲਾਲਚ ਦੇ ਨਾਲ ਭਰ ਚੁੱਕਾ ਸੀ, ਕਹਿਣ ਲੱਗਾ ਮਾਤਾ ਜੀ ਨੂੰ, ਮਾਤਾ ਜੀ, ਚਮਕੌਰ ਦੇ ਇਲਾਕੇ ਨੂੰ ਸਾਰੀ ਮੁਗਲ ਫੌਜਾਂ ਨੇ ਘੇਰਿਆ ਹੋਇਆ ਹੈ। ਉੱਥੇ ਤੁਰਕਾਂ ਨੇ ਸਾਰੇ ਇਲਾਕੇ ਨੂੰ ਘੇਰਿਆ ਹੋਇਆ ਹੈ। ਤੁਹਾਡਾ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ। ਤੁਸੀਂ ਇਸ ਤਰ੍ਹਾਂ ਕਰੋ ਕਿ ਮੇਰੇ ਨਾਲ ਮੇਰੇ ਪਿੰਡ ਸਹੇੜੀ ਮੇਰੇ ਘਰ ਵਿੱਚ ਚਲੋ। ਜਦ ਇਹ ਘੇਰਾ ਲੱਥ ਜਾਵੇਗਾ ਤਾਂ ਮੈਂ ਤੁਹਾਨੂੰ ਚਮਕੌਰ ਵਿਖੇ ਪਹੁੰਚਾ ਦੇਵਾਂਗਾ। ਮਾਤਾ ਜੀ ਕਹਿਣ ਲੱਗੇ, ਗੰਗੂ, ਠੀਕ ਹੈ, ਜਿਵੇਂ ਤੈਨੂੰ ਚੰਗਾ ਲੱਗੇ। ਹੁਣ ਰਸਤੇ ਦੇ ਵਿੱਚ ਜਾਂਦੇ ਨੇ। ਹੁਣ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੇ ਨਾਲ ਗੱਲ ਕਰਦੇ ਨੇ। ਕਵੀ ਅੱਲਾ ਯਾਰ ਖਾਨ ਜੋਗੀ ਨੇ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਸਾਹਿਬਜ਼ਾਦੇ ਹੁਣ ਆਪਣੀ ਦਾਦੀ ਮਾਂ ਨੂੰ ਪੁੱਛਦੇ ਨੇ,
दादी से बोले, अपने सिपाही किधर गए? दरिया पे छोड़ के राही किधर गए? तड़पा के हाय सूरते माही किधर गए? भाई भी अब्बा भी बगा के लश्करे शाही किधर गए? माता जी ਨੂੰ ਪੁੱਛਦੇ ਨੇ, ਇਹ ਮਾਤਾ ਜੀ, ਦਾਦੀ ਮਾਂ, ਜਿਸ ਵੇਲੇ ਅਸੀਂ ਆਨੰਦਪੁਰ ਸਾਹਿਬ ਤੋਂ ਚੱਲੇ ਹਾਂ ਉਸ ਵੇਲੇ ਤੇ ਸਾਡੇ ਨਾਲ ਵੱਡੇ ਸਾਹਿਬਜ਼ਾਦੇ ਵੀ ਸਨ, ਸਾਡੇ ਨਾਲ ਵੱਡੇ ਵੀਰ ਵੀ ਸਨ, ਤੇ ਫਿਰ ਸਾਡੇ ਨਾਲ ਪਿਤਾ ਜੀ ਵੀ ਸਨ, ਸਾਡੇ ਨਾਲ ਸਿੰਘਾਂ ਦਾ ਲਸ਼ਕਰ ਵੀ ਸੀ, पर वो सारे दे सारे किथे किधर गए? भाई भी हमको छोड़कर शौके जंग में अपना ख्याल तक नहीं zौके तुफंग में। फिर साहिबजादे पुछदे ने दादी मां नूं, दादी मां, जब रन अजीत जीत के तशरीफ लाएंगे अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हमको गले लगा के वो मनाएंगे बार बार। मान जाओ लेकिन हम नहीं मानेंगे ज़ीनहार। माता जी, दादी मां, जद रन जित के वड्डा वीर अजीत सिंह जी आउणगे ना, जद पिता जी दे नाल जुझार सिंह जी आउणगे ते उन्हां दे नाल असीं रुस जाना है। ਅਸੀਂ ਉਹਨਾਂ ਦੇ ਨਾਲ ਗੱਲ ਨਹੀਂ ਕਰਨੀ, ਕਿਉਂਕਿ ਉਹਨਾਂ ਨੂੰ ਅਸੀਂ ਕਹਿਣਾ ਹੈ ਕਿ ਤੁਸੀਂ ਸਾਨੂੰ ਬਿਨਾਂ ਦੱਸੇ ਹੀ ਕਿੱਥੇ ਚਲੇ ਗਏ ਸੀ, ਤੁਸੀਂ ਸਾਡਾ ਖਿਆਲ ਕਿਉਂ ਨਹੀਂ ਕੀਤਾ। ਇਹੋ ਜਿਹੇ ਗੱਲਾਂ ਜਿਹੜੀਆਂ ਨੇ, ਛੋਟੀਆਂ ਛੋਟੀਆਂ ਗੱਲਾਂ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਕਰਦੇ ਕਰਦੇ ਸ਼ਾਮਾਂ ਨੂੰ ਗੰਗੂ ਦੇ ਪਿੰਡ ਸਹੇੜੀ ਵਿਖੇ ਪਹੁੰਚੇ ਨੇ। ਤੇ ਸ਼ਾਮ ਨੂੰ ਭਾਗਾ ਵਾਲਿਓ, ਗੰਗੂ ਨੇ ਜਿਹੜਾ ਪ੍ਰਸ਼ਾਦਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਦੇ ਸਾਹਮਣੇ ਰੱਖਿਆ ਹੈ, ਤੇ ਉਹ ਉਸ ਦੇ ਕਪਟੀ ਮਨ ਦੀ ਨੀਚਤਾ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਦਾ ਜਿਹੜਾ ਕਪਟੀ ਮਨ ਸੀ ਕਿਤਨੀ ਨੀਚਤਾ ਦੀ ਹੱਦ ਦੇ ਵਿੱਚ ਡਿੱਗ ਚੁੱਕਾ ਸੀ। ਕਿਉਂਕਿ ਦੂਨਾ ਸਿੰਘ ਹੰਡੂਰੀਆ ਲਿਖਦਾ ਹੈ ਕਿ ਇਹੋ ਜਿਹਾ ਉਸਨੇ ਪ੍ਰਸ਼ਾਦਾ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਸਾਹਮਣੇ ਲਿਆਂਦਾ ਕਿ ਇੰਨੀ ਭੁੱਖ ਹੋਣ ਦੇ ਬਾਵਜੂਦ ਵੀ ਸਾਹਿਬਜ਼ਾਦਿਆਂ ਨੇ ਉਹ ਪ੍ਰਸ਼ਾਦਾ ਨਹੀਂ ਛਕਿਆ। ਫਿਰ ਵੀ ਉਹਨਾਂ ਨੇ ਉਸ ਨੂੰ ਪ੍ਰਸ਼ਾਦੇ ਨੂੰ ਮੂੰਹ ਤੱਕ ਨਹੀਂ ਲਗਾਇਆ, ਤੇ ਕਿਉਂਕਿ ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਂਗ ਨਾ ਕੁੱਕਰ ਖਾਇਓ। ਇਹੋ ਜੀ ਰੋਟੀ ਉਸਨੇ ਤਿਆਰ ਕਰਕੇ ਲਿਆਂਦੀ, ਜਿਹੋ ਜੀ ਰੋਟੀ ਜੇ ਕਿਸੇ ਕੁੱਤੇ ਨੂੰ ਵੀ ਪਾ ਦਈਏ, ਕਾਂ ਨੂੰ ਵੀ ਪਾ ਦਈਏ, ਤੇ ਉਹ ਵੀ ਜਿਹੜਾ ਹੈ ਉਸ ਰੋਟੀ ਨੂੰ ਪ੍ਰਸ਼ਾਦੇ ਨੂੰ ਮੂੰਹ ਨਾ ਲਗਾਵੇ। ਫਿਰ ਜਿਹੜਾ ਹੈ ਜਦ ਵੇਖਿਆ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੇ ਕਿ ਇਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਤੇ ਫਿਰ ਖੁਰਜੀ ਦੇ ਵਿੱਚੋਂ ਇੱਕ ਮੋਹਰ ਕੱਢ ਕੇ ਦਿੱਤੀ ਹੈ, ਤੇ ਗੰਗੂ ਨੂੰ ਆਖਿਆ ਹੈ, ਗੰਗੂ, ਇਸ ਇੱਕ ਮੋਹਰ ਦਾ ਕੁਝ ਪ੍ਰਸ਼ਾਦ ਲੈ ਕੇ ਆ। ਗੰਗੂ ਨੇ ਉਸ ਇੱਕ ਮੋਹਰ ਦੇ 2 ਸਿਰ ਪਤਾਸੇ ਲਿਆਂਦੇ, ਪਤਾਸੇ ਸਾਹਿਬਜ਼ਾਦਿਆਂ ਨੂੰ ਛਕਣ ਵਾਸਤੇ ਦਿੱਤੇ। ਸਾਹਿਬਜ਼ਾਦਿਆਂ ਨੇ ਕੁਝ ਪਤਾਸੇ ਖਾਤੇ, ਬਾਕੀ ਉਵੇਂ ਹੀ ਪਏ ਰਹੇ। ਰਾਤ ਪਈ, ਗੰਗੂ ਨੇ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਸ ਨੂੰ ਲੁਕਾ ਲਿਆ। ਸਵੇਰ ਹੋਈ, ਮਾਤਾ ਜੀ ਨੂੰ ਪਤਾ ਲੱਗਾ। ਮਾਤਾ ਜੀ ਨੇ ਗੰਗੂ ਨੂੰ ਪੁੱਛਿਆ, ਕਹਿਣ ਲੱਗੇ, ਗੰਗੂ, ਜੇ ਤੈਨੂੰ ਮਾਇਆ ਦੀ ਲੋੜ ਸੀ ਤੇ ਤੂੰ ਉਵੇਂ ਹੀ ਮੰਗ ਲੈਂਦਾ, ਤੂੰ ਚੋਰੀ ਜਿਹਾ ਇਹ ਨੀਚ ਕਰਮ ਕਿਉਂ ਕੀਤਾ ਹੈ। ਜਿਸ ਵੇਲੇ ਗੰਗੂ ਨੇ ਇਹ ਗੱਲ ਸੁਣੀ ਤੇ ਲੋਹਾ ਲਾਖਾ ਹੋ ਗਿਆ, ਗੁੱਸੇ ਦੇ ਵਿੱਚ ਆ ਗਿਆ। ਕਹਿਣ ਲੱਗਾ, ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਹੈ, ਦੂਸਰਾ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਗਾ ਰਹੇ ਹੋ। ਮਾਤਾ ਜੀ ਨੇ ਕਿਹਾ, ਗੰਗੂ, ਤੂੰ ਚੁੱਪ ਹੋ ਜਾ, ਜੇ ਤੈਨੂੰ ਮੋਹਰਾਂ ਦੀ ਲੋੜ ਹੈ ਤੂੰ ਰੱਖ ਲੈ, ਪਰ ਸ਼ਾਂਤ ਹੋ ਜਾ। ਮਾਤਾ ਜੀ ਨੇ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਗੰਗੂ ਤੇ ਨਾਲੇ ਚੋਰ ਤੇ ਨਾਲੇ ਚਤਰ ਵਾਲਾ ਡਰਾਮਾ ਖੇਡ ਰਿਹਾ ਸੀ। ਗੁਰਮੁਖ ਪਿਆਰਿਓ, ਇਸ ਗੰਗੂ ਨੇ, ਦੂਨਾ ਸਿੰਘ ਹੰਡੂਰੀਆ ਲਿਖਦਾ ਹੈ ਕਿ ਮਾਤਾ ਜੀ ਨੂੰ ਘਰੋਂ ਬਾਹਰ ਕੱਢ ਦਿੱਤਾ।
ਅਤੇ ਗੁਰੂ ਘਰ ਦੇ ਪਰਉਪਕਾਰ ਵਿਸਾਰ ਕੇ ਮੰਦੇ ਬਚਨ ਵੀ ਬੋਲੇ, ਪਰ ਮਾਤਾ ਜੀ ਅਡੋਲ ਬੈਠੇ ਰਹੇ, ਸਿਮਰਨ ਦੇ ਵਿੱਚ ਜੁੜੇ ਰਹੇ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਜਿੱਥੇ ਇੱਕ ਕਿੱਕਰ ਸੀ, ਉਸ ਕਿੱਕਰ ਦੇ ਦਰਖਤ ਥੱਲੇ ਆ ਕੇ ਬੈਠ ਗਏ ਨੇ। ਭਾਗਾਂ ਵਾਲਿਓ, ਪੋਹ ਦੇ ਠੰਡੇ ਦਿਨ ਅਤੇ ਮਾਤਾ ਜੀ ਦੇ ਇੱਕ ਪਾਸੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ, ਦੂਸਰੇ ਕਲਾਵੇ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਨੇ। ਉਧਰ ਗੰਗੂ ਨੇ ਜਿਹੜਾ ਹੈ ਰੋਲਾ ਪਾਉਂਦਿਆਂ ਪਿੰਡ ਤੋਂ ਬਾਹਰ ਚਲਾ ਗਿਆ, ਘਰ ਤੋਂ ਬਾਹਰ ਨਿਕਲਿਆ ਤੇ ਹਕੂਮਤ ਦੇ ਪਾਸੋਂ ਹੋਰ ਇਨਾਮ ਲੈਣ ਦੇ ਵਾਸਤੇ ਜਿਹੜਾ ਹੈ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡੇ ਥਾਣੇ ਦੇ ਕੋਲ ਚਲਾ ਗਿਆ। ਮੋਰਿੰਡੇ ਥਾਣੇ ਚਲਾ ਗਿਆ ਅਤੇ ਜਾ ਕੇ ਉੱਥੇ ਆਖਿਆ ਕਿ ਹਕੂਮਤ ਦੇ ਬਾਗੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਜੋ ਛੋਟੇ ਸਾਹਿਬਜ਼ਾਦੇ ਨੇ ਉਹ ਮੇਰੇ ਕਬਜ਼ੇ ਦੇ ਵਿੱਚ ਨੇ। ਉਸੇ ਦਿਨ ਹੀ ਮੋਰਿੰਡੇ ਤੋਂ 2 ਸਿਪਾਹੀ ਆਏ ਨੇ ਤੇ ਸਿਪਾਹੀ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਕੇ ਗਏ ਨੇ। ਭਾਗਾਂ ਵਾਲਿਓ, ਦੂਨਾ ਸਿੰਘ ਹੰਡੂਰੀਆ ਲਿਖਦਾ ਹੈ, ਕਹਿੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਲਿਜਾਇਆ ਗਿਆ, ਮਾਤਾ ਜੀ ਨੂੰ ਕਿਸ ਤਰੀਕੇ ਦੇ ਨਾਲ ਲਿਜਾਇਆ ਗਿਆ। ਉਹ ਲਿਖਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਬੋਰੀਆਂ ਦੇ ਵਿੱਚ ਬੰਦ ਕੀਤਾ ਗਿਆ, ਬੋਰੀਆਂ ਦੇ ਵਿੱਚ ਪਾ ਕੇ ਉੱਤੋਂ ਜਿਹੜਾ ਹੈ ਬੋਰੀਆਂ ਨੂੰ ਬੰਦ ਕਰਕੇ ਘੋੜਿਆਂ ਦੇ ਉੱਤੇ ਲੱਦਿਆ ਗਿਆ ਤੇ ਮਾਤਾ ਜੀ ਨੂੰ ਮਾਤਾ ਗੁਜਰ ਕੌਰ ਜੀ ਦੇ ਹੱਥ ਰੱਸੀ ਦੇ ਨਾਲ ਬੰਨੇ ਗਏ ਤੇ ਮੂੰਹ ਦੇ ਉੱਤੇ ਤੋਬਰਾ ਭਾਵ ਕਿ ਮਿਰਚਾਂ ਵਾਲਾ ਜਿਹੜਾ ਥੈਲਾ ਹੈ ਉਹ ਮਾਤਾ ਜੀ ਦੇ ਮੂੰਹ ਦੇ ਉੱਤੇ ਪਾ ਕੇ ਬੰਦ ਕਰ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਮੋਰਿੰਡਾ ਲਿਜਾਇਆ ਗਿਆ। ਮੋਰਿੰਡੇ ਥਾਣੇ ਦੇ ਵਿੱਚ ਇੱਕ ਰਾਤ ਰੱਖਿਆ ਗਿਆ। ਅਗਲੇ ਦਿਨ ਬੱਸੀ ਦੇ ਥਾਣੇ ਦੇ ਵਿੱਚ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਗੱਡੇ ਤੇ ਬਿਠਾ ਕੇ ਲਿਜਾਇਆ ਗਿਆ ਤੇ ਉੱਥੋਂ ਬੱਸੀ ਦੇ ਥਾਣੇ ਤੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਹੱਥ ਘੜੀਆਂ ਲਾ ਕੇ ਪੈਰੀ ਜੰਜੀਰਾਂ ਪਾ ਕੇ ਸਰਹੰਦ ਵਿਖੇ ਲਿਜਾਇਆ ਗਿਆ ਤੇ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਵਾਬ ਵਜ਼ੀਰ ਖਾਨ ਨੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ। ਜਿਹੜਾ ਉਸ ਤੇ ਠੰਡਾ ਬੁਰਜ ਸੀ, ਭਾਗਾਂ ਵਾਲਿਓ, ਇਹ ਵੀ ਇੱਕ ਕਿਸਮ ਦਾ ਤਸੀਹਾ ਹੀ ਸੀ ਕਿ ਠੰਡਾ ਬੁਰਜ ਜਿਹਦੇ ਕਿ ਚਾਰੇ ਪਾਸੇ ਜਿਹੜੇ ਨੇ ਖੁੱਲੇ ਸਨ ਤੇ ਬਰਫ਼ ਦੀਆਂ ਹਵਾਵਾਂ ਦਸੰਬਰ ਦੇ ਮਹੀਨੇ ਵਿੱਚ ਜਦ ਚੱਲਦੀਆਂ ਸਨ ਤੇ ਬੰਦੇ ਨੂੰ ਜਿਹੜਾ ਸੀ ਅੱਧਾ ਕੁ ਮੁਰਦਾ ਤਾਂ ਉਹੀ ਕਰ ਦਿੰਦੀਆਂ ਸਨ। ਇਹੋ ਜਿਹੇ ਬੁਰਜ ਦੇ ਉੱਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ, ਕੈਦ ਕੀਤਾ ਗਿਆ। ਹੁਣ ਸਾਰੀ ਰਾਤ ਮਾਤਾ ਜੀ ਨੇ ਆਪਣੇ ਕਲਾਵੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਲਾਇਆ ਹੈ, ਉਹਨਾਂ ਦੇ ਮੱਥੇ ਚੁੰਮਦੀ ਹੈ, ਬਾਣੀ ਦਾ ਪਾਠ ਕਰਦੇ ਨੇ ਤੇ ਉਹਨਾਂ ਨੂੰ ਸਗਾਉਣ ਦਾ ਯਤਨ ਕਰਦੀ ਹੈ। ਬਾਕੀ ਦਾ ਜੋ ਵਿਸ਼ਾ ਹੈ ਭਾਗਾਂ ਵਾਲਿਓ, ਉਹ ਮੈਂ ਆਪ ਜੀ ਦੇ ਨਾਲ ਕੱਲ ਨੂੰ ਸਾਂਝਾ ਕਰਾਂਗਾ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।